ਗੁਰੂ ਜੋਤ ਆ, ਤੇ ਗੁਰੂ ਜੋਤ ਨੇ ਸਾਨੂੰ ਦੱਸਿਆ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ ਜੋਤ ਦਾ ਰਿਸ਼ਤਾ ਹੁੰਦਾ ਹੈ। ਅਸੀਂ ਸ਼ਬਦ ਪੜ੍ਹਦੇ ਹਾਂ, ਧਨ ਫਿਰ ਇਹਨਾਂ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ। ਮੂਰਤਾਂ ਭਾਵੇਂ ਦੋ ਨੇ ਪਰ ਜੋਤ ਇੱਕ ਹੈ। ਭਾਵ ਦੋਨੇ ਇੱਕ ਦੂਜੇ ਨੂੰ ਇੱਕ ਦੂਜੇ ਦੀ ਉਸ ਲੈਵਲ ਤੇ ਅੰਡਰਸਟੈਂਡਿੰਗ ਵਿੱਚ ਆ ਜਾਣ, ਸਮਝ 'ਚ ਆ ਜਾਣ। ਜੇ ਇੱਕ ਨੂੰ ਲੱਗਦਾ ਦੂਸਰਾ ਨਹੀਂ ਇਹ ਮੇਰੇ ਬਰਾਬਰ ਨਹੀਂ ਹੈਗਾ, ਤੇ ਹੁਣ ਜੀਵਨ ਚੱਲ ਰਿਹਾ ਆ, ਇਹਨੂੰ ਸਮਝ ਨਹੀਂ ਪਈ, ਸਮਝਦਾਰ ਬਣਾਓ ਉਹਨੂੰ। ਜਿੰਨਾ ਰੋਲ ਉਹਦਾ ਬਣਦਾ ਉਸ ਰੋਲ ਨੂੰ ਉਸ ਲੈਵਲ ਤੇ ਉਹਨੂੰ ਐਕਸੈਪਟ ਕਰੋ, ਉਹਨੂੰ ਲੈ ਕੇ ਚੱਲੋ। ਇਸ ਕਿਸਮ ਦੀ ਬਾਤ ਜਿਹੜੀ ਹੈ ਉਹਨੂੰ ਅਡਾਪਟ ਕੀਤਾ ਜਾਏ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਸ ਰੂਪ ਵਿੱਚ ਲੈ ਲਈਆਂ ਜਾਣ। ਬਾਕੀ ਗੱਲ ਰਹੀ ਲੀਡ ਕੌਣ ਕਰੇਗਾ, ਪੁਰਖ ਐਜ਼ ਏ ਲੀਡਰ ਦੇ ਤੌਰ 'ਤੇ ਰੋਲ ਪਲੇ ਕੌਣ ਕਰੇਗਾ। ਮੈਨੂੰ ਯਾਦ ਆ ਇੰਡੀਆ ਦੇ ਵਿੱਚ ਇੱਕ ਵਾਰੀ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ ਠੀਕ ਹੈ ਆਪਾਂ ਕੰਮ ਕਰਦੇ ਹਾਂ, ਵਿਮਨਸ ਨੂੰ ਇੰਪਾਵਰਮੈਂਟ ਕਰਨ ਵਾਸਤੇ ਉਹਨਾਂ ਵਾਸਤੇ ਸੀਟਾਂ ਰਿਜ਼ਰਵ ਕਰ ਦਿੰਦੇ ਹਾਂ। ਇਹ ਰਿਜ਼ਰਵੇਸ਼ਨ ਪਿੰਡਾਂ ਦੀਆਂ ਪੰਚਾਇਤਾਂ ਤੋਂ ਸ਼ੁਰੂ ਹੋਈ, ਫਿਰ ਹੌਲੀ ਹੌਲੀ ਬਲਾਕਸ ਲੈਵਲ 'ਤੇ ਆਈ, ਫਿਰ ਹੌਲੀ ਹੌਲੀ ਅਸੈਂਬਲੀ MLA ਜਿਹੜੇ ਹੁੰਦੇ ਨੇ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ ਉੱਥੇ ਆਈ, ਫਿਰ ਹੌਲੀ ਹੌਲੀ ਪਾਰਲੀਮੈਂਟ ਤੱਕ ਗਈ। ਮਤਲਬ ਇਸ ਕਿਸਮ ਦੀ ਬਾਤ ਜਿਹੜੀ ਹੈ ਚੱਲੀ, ਹਾਲਾਂਕਿ ਉਹ ਅਜੇ ਪੂਰੀ ਤਰ੍ਹਾਂ ਉਸ ਤਰੀਕੇ ਨਾਲ ਲਾਗੂ ਨਹੀਂ ਹੋਈ, ਬਟ ਇਹ ਸਭ ਚੀਜ਼ਾਂ ਹੋਈਆਂ। ਖੈਰ ਉਹਦੇ 'ਚ ਹੋਇਆ ਹੈ ਕਿ ਜਦੋਂ ਉਹਨਾਂ ਨੂੰ ਪੰਚਾਇਤੀ ਸਿਸਟਮ ਦੇ ਵਿੱਚ ਰੈਜ਼ੋਲੂਸ਼ਨ ਮਿਲੀ ਉਸ ਰੂਪ ਦੇ ਵਿੱਚ, ਅਤੇ ਉਹ ਆਇਆ ਹੈ ਕਿ ਪਿੰਡ ਦੇ ਵਿੱਚ ਲੇਡੀ ਦੀ ਵਾਸਤੇ ਸੀਟ ਰਿਜ਼ਰਵ ਆ। ਵਿਮਨ ਸਰਪੰਚ ਬਣ ਗਈ। ਕੋਈ ਪ੍ਰੋਗਰਾਮ ਸੀਗਾ, ਉਹਦੇ 'ਚ ਕੋਈ ਮਿਨਿਸਟਰ ਵਗੈਰਾ ਹਾਇਰ ਲੈਵਲ ਦੇ ਬਿਊਰੋਕਰੇਟਸ ਆਏ, ਉਹਨਾਂ ਨੇ ਉੱਥੇ ਬੁਲਾਇਆ। ਉਹਦਾ ਹਸਬੈਂਡ ਆ ਗਿਆ, ਉਹ ਬੈਠ ਕੇ ਉੱਥੇ ਗੱਲਾਂ ਬਾਤਾਂ ਹੋਈਆਂ। ਅਖੀਰ ਕੁਝ ਸਿਗਨੇਚਰ ਕਰਨੇ ਸੀਗੇ ਕਿਸੇ ਪੇਪਰ ਦੇ ਉੱਤੇ, ਅਤੇ ਉਹਨਾਂ ਨੇ ਉਹਨੂੰ ਪੇਪਰ ਦਿੱਤੇ ਉਹਦੇ ਹਸਬੈਂਡ ਨੂੰ, ਵੀ ਲੈ ਫੜ ਤੂੰ ਸਿਗਨੇਚਰ ਕਰਵਾ ਲਿਆ। ਉਹਨੇ ਫੜਿਆ ਪੇਪਰ, ਆਪ ਹੀ 2 ਜਗ੍ਹਾ 'ਤੇ ਸਿਗਨੇਚਰ ਕਰਤੇ। ਉਹ ਬਿਊਰੋਕਰੇਟ ਕਹਿੰਦਾ ਹੈ ਤੂੰ ਕੀ ਕਰ ਰਿਹਾ, ਤੂੰ ਆਪਣੇ ਸਰਪੰਚ 'ਤੇ ਹੋਇਆ, ਤੂੰ ਵਾਈਫ ਦੇ ਸਿਗਨੇਚਰ ਆਪ ਕਰ ਦਿੱਤੇ। ਉਹ ਕਹਿੰਦਾ ਜੀ ਗੱਲ ਹੈ ਉਹ ਤੈਨੂੰ ਪੜ੍ਹਿਆ, ਉਹਨੂੰ ਨਹੀਂ ਸਾਈਨ ਕਰਨੇ ਆਉਂਦੇ ਆ, ਜਿਹੜੇ ਜਿਵੇਂ ਮੈਂ ਕੀਤੇ ਨੇ ਐਵੇਂ ਮੈਂ ਹੀ ਕਰਨੇ ਸਿਖਾਏ ਨੇ, ਐਗਜ਼ੈਕਟਲੀ ਇੱਕੋ ਜਿਹੇ ਨੇ ਦੋਨਾਂ ਦੇ। 2 ਕਰੋੜ ਦੀ ਗ੍ਰਾਂਟ ਮਿਲ ਰਹੀ ਹੈ ਪਿੰਡ ਤੋਂ, ਉਹਨੂੰ ਸਿਗਨੇਚਰ ਕਰਨੇ ਵੀ ਨਹੀਂ ਆਉਂਦੇ। ਉਹਨੂੰ 2 ਕਰੋੜ ਦੀਆਂ ਕਹਿੰਦਾ ਜ਼ੀਰੋਆਂ ਦਾ ਵੀ ਨਹੀਂ ਪਤਾ ਹੈਗਾ। ਸੋ ਇਹੋ ਜਿਹੀ ਜਗ੍ਹਾ ਦੇ ਉੱਤੇ ਲੀਡਿੰਗ ਰੋਲ, ਉਹ ਸਭ ਚੀਜ਼ਾਂ ਇੰਪਾਵਰਮੈਂਟ ਦਾ ਮਾਇਨਾ ਸਮਝਿਆ ਜਾਏ। ਜਿਹਦੀ ਐਡਵਾਈਸ ਦੀ ਕਦਰ ਨਹੀਂ ਹੈ, ਜਿਹਦਾ ਰੋਲ ਹੀ ਕੁਛ ਨਹੀਂ ਹੈ, ਉਸ ਨੂੰ ਤੁਸੀਂ ਕਿਸ ਰੂਪ ਵਿੱਚ ਦੇਖੋਗੇ। ਜਿਹੜਾ ਗੁਰੂ ਬਾਬਾ ਜੀ ਨੇ ਬਾਤ ਕੀਤਾ ਸਤਿਗੁਰ ਪੁਰਖ ਜੀਵਨ ਦੀ ਡਿਸੀਜ਼ਨ ਮੇਕਿੰਗ ਲੈਵਲ ਦੇ ਉੱਤੇ, ਜੀਵਨ ਦੇ ਫੈਸਲਿਆਂ ਦੇ ਵਿੱਚ ਦੋਨੋਂ ਜਣੇ ਰਲ ਕੇ ਫੈਸਲੇ ਕਰਨ, ਤੇ ਅਗਵਾਈ ਕੌਣ ਕਰੇਗਾ? ਅਗਵਾਈ ਕਰੇਗਾ ਗੁਰੂ। ਇਹ ਜਿਸ ਤਰ੍ਹਾਂ ਜਾਣੋ, ਜਿਵੇਂ ਅਸੀਂ ਸਿੱਖੀ ਕੋਡ ਆਫ ਕੰਡਕਟ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਇਹ ਹੈ ਕਿ ਰਹਿਣੀ ਰਹਿਤ ਦਾ ਢੰਗ ਹੈ। ਪਤੀ ਪਤਨੀ ਨੂੰ ਟੋਕੇ ਵੀ ਆਹ ਕੰਮ ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ। ਪਤਨੀ ਕਹੇ ਵੀ ਤੂੰ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ? ਉਹ ਕਹਿੰਦਾ ਮੈਂ ਨਹੀਂ ਗਾ, ਆਹ ਸਾਡਾ ਕੋਡ ਆਫ ਕੰਡਕਟ ਹੈ, ਇਹਦੇ ਅਕੋਰਡਿੰਗਲੀ ਅਸੀਂ ਜੀਵਨ ਜੀਣਾ ਆ। ਜੇ ਪਤੀ ਕਿਸੇ ਪਾਸੇ ਸੱਜੇ ਖੱਬੇ ਜਾ ਰਿਹਾ, ਪਤਨੀ ਕਹਿ ਸਕਦੀ ਨੋ ਦੈਟਸ ਨਾਟ ਐਕਚੁਅਲੀ ਐਕਸੈਪਟੇਬਲ। ਕਿਉਂ? ਕਿਉਂਕਿ ਆਹ ਕੋਡ ਆਫ ਕੰਡਕਟ ਹੈ। ਇਹ ਹੈ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਕਿਉਂਕਿ ਸਤਿਗੁਰੂ ਇਜ਼ ਅ ਸਕੂਲ ਆਫ ਥਾਟ। ਇੱਕ ਆਈਡੀਓਲੋਜੀ ਨੂੰ ਜਿਹੜਾ ਹੈਗਾ ਸਪੋਰਟ ਕਰਕੇ ਉਸ ਰੂਪ 'ਤੇ ਚੱਲਿਆ ਜਾਏ। ਅਗਲਾ ਬਚਨ ਲਿਖਿਆ, ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ, ਨਿਰਭਉ ਭੈ, ਮਨ ਦੇ ਵਿੱਚ ਭੈ, ਡਰ। ਕਿਸੇ ਵੀ ਰਿਸ਼ਤੇ ਦੇ ਵਿੱਚ ਜਿੱਥੇ ਡਰ ਹੋਏਗਾ, ਡਰ ਸਭ ਤੋਂ ਪਹਿਲਾਂ ਇਹੀ ਡਰ ਆ ਕਿ ਪਤਾ ਨਹੀਂ ਰਿਸ਼ਤਾ ਨਿਭੇਗਾ ਕਿ ਨਹੀਂ ਨਿਭੇਗਾ। ਮੈਂ ਅਕਸਰ ਦੇਖਦਾ ਕਿ ਜਿਵੇਂ ਮੈਂ ਪਹਿਲਾਂ ਬਾਤ ਕੀਤੀ ਸੀ ਕਿ ਕੈਨੇਡੀਅਨ ਸੋਇਲ ਦੇ ਉੱਤੇ ਜਿਹੜੇ ਲੋਕ ਟ੍ਰੈਡੀਸ਼ਨਲ ਵੇ ਦੇ ਨਾਲ ਮੈਰਿਜ ਇੰਸਟੀਟਿਊਸ਼ਨ 'ਚ ਬਿਲੀਵ ਕਰਦੇ ਨੇ, ਉਹ ਮਿਨੋਰਿਟੀ ਵਿੱਚ ਨੇ। ਪਰ ਇਹਦੇ ਨਾਲ ਹੀ ਲਿਵ ਇਨ ਰਿਲੇਸ਼ਨਸ਼ਿਪਸ ਲੋਕ ਨੇ, ਕਾਮਨ ਲਾ ਪਾਰਟਨਰ ਸਿਸਟਮ ਵਿੱਚ ਹੈਗੇ ਨੇ ਲੋਕ। ਹੋਰ ਇਸ ਕਿਸਮ ਦੇ ਜਿਹੜਾ ਹੈਗਾ ਯੰਗ ਜਨਰੇਸ਼ਨ ਤੁਹਾਨੂੰ ਮਿਲ ਜਾਂਦਾ ਵੱਡੇ ਲੈਵਲ 'ਤੇ ਇਹੋ ਜਿਹਾ ਚਲਨ, ਇਹੋ ਜਿਹੀ ਜਿਹੜੀ ਉਹਨਾਂ ਦੀ ਇੱਕ ਲਾਈਫ ਸਟਾਈਲ। ਫਿਰ ਕਿ ਵੀ ਕਿਹਾ ਜਾਂਦਾ ਵੀ ਜੇ ਤੁਸੀਂ ਆਲਰੇਡੀ ਇੱਕ ਰਿਲੇਸ਼ਨਸ਼ਿਪ 'ਚ ਹੈਗੇ ਹੋ, ਵਾਈ ਡੋਂਟ ਯੂ ਗੈਟ ਮੈਰਿਡ? ਵਿਆਹ ਕਿਉਂ ਨਹੀਂ ਕਰਾ ਲੈਂਦੇ? ਫਿਰ ਜੇ ਹੁੰਦਾ ਕਿ ਨਹੀਂ ਜੇ ਇਸ ਪਤਾ ਨਹੀਂ ਇਸ ਬੰਧਨ 'ਚ ਆਪਾਂ ਨਹੀਂ ਬਚਣਾ ਚਾਹੁੰਦੇ, ਵੀ ਡੋਂਟ ਵਾਂਟ ਟੂ ਡੂ ਐਨੀ ਕਮਿਟਮੈਂਟ, ਕਿਉਂਕਿ ਕਮਿਟਮੈਂਟ ਦੇ ਵਿੱਚ
ਰਿਸਪੌਂਸਿਬਿਲਟੀ ਆਉਂਦੀ ਹੈ, ਕਮਿਟਮੈਂਟ ਦੇ ਵਿੱਚ ਇੱਕ ਦੂਸਰੇ ਨੂੰ ਸਪੋਰਟ ਕਰਨ ਦੀ ਗੱਲ ਆਉਂਦੀ ਹੈ, ਸਭ ਚੀਜ਼ਾਂ ਪਤਾ ਨਹੀਂ ਹੋ ਸਕੇਗਾ ਨਹੀਂ ਹੋ ਸਕੇਗਾ। ਇੱਕ ਡਰ ਇਹ ਵੀ ਹੈ, ਅੱਜ ਇਹ ਮੇਰੇ ਨਾਲ ਹੈ, ਕੱਲ੍ਹ ਨੂੰ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ। ਜੇ ਇਸ ਨੂੰ ਮੈਂ ਥੋੜ੍ਹਾ ਜਿਹਾ ਲਿਟਰੇਚਰ ਵਿੱਚੋਂ ਲੈ ਕੇ ਆਵਾਂ ਨਾ, ਜਦੋਂ ਅਸੀਂ ਖਾਸ ਕਰਕੇ ਮਿਡਲ ਈਸਟਰਨ ਲਿਟਰੇਚਰ ਪੜ੍ਹਦੇ ਹਾਂ, ਜਿਹਦੇ ਅੰਦਰ ਮੰਜ਼ੀਲ ਅਤੇ ਇਹਦੇ ਨਾਲ ਦੀਆਂ ਕਹਾਣੀਆਂ ਆਉਂਦੀਆਂ ਨੇ, ਉਹ 'ਚ ਬੇਸਿਕ ਕਹਾਣੀ ਹੈ ਜਿਹੜੀ ਜਿਹਦੇ 'ਚ ਕਿਹਾ ਜਾਂਦਾ ਹੈ ਕਿ ਖੁਦਾ ਨੇ ਹੈਵਨ ਬਣਾਈ ਸੀ ਅਤੇ ਹੈਵਨ ਦੇ ਵਿੱਚ ਉਹਨੇ ਐਡਮ ਨੂੰ, ਮਤਲਬ ਆਦਮ ਨੂੰ ਜਿਹੜਾ ਸੀਗਾ, ਉਹ ਜੰਨਤ ਨੂੰ ਮਾਨਣ ਵਾਸਤੇ ਪੈਦਾ ਕੀਤਾ। ਹੋਇਆ ਇਹ ਕਿ ਆਦਮ ਇਕੱਲਤਾ ਤੋਂ ਤੰਗ ਹੋ ਗਿਆ, ਉਹਨੇ ਖੁਦਾ ਨੂੰ ਯਾਦ ਕੀਤਾ ਅਤੇ ਕਿਹਾ, ਖੁਦਾਇਆ, ਉਹਨੇ ਕਿਹਾ ਮੈਂ ਉਦਾਸ ਹਾਂ। ਉਹ ਕਹਿੰਦੇ ਕਿਉਂ ਉਦਾਸ ਹੈ, ਸਭ ਕੁਛ ਤਾਂ ਹੈ ਤੇਰੇ ਕੋਲ, ਹਰ ਤਰ੍ਹਾਂ ਦੀ ਚੀਜ਼ ਮੁਯੱਸਰ ਕਰਾਤੀ ਹੈ। ਉਹ ਕਹਿੰਦੇ ਸਭ ਕੁਛ ਤਾਂ ਹੈ, ਸਭ ਚੀਜ਼ ਤਾਂ ਮੁਯੱਸਰ ਨੇ, ਪਰ ਇੱਕੋ ਚੀਜ਼ ਦੀ ਕਮੀ ਹੈ, ਉਹ ਹੈ ਕਿ ਮੇਰੇ ਕੋਲ ਸਾਥੀ ਕੋਈ ਨਹੀਂ। ਉਹ ਕਹਿੰਦੇ ਠੀਕ ਹੈ। ਫਿਰ ਉਸ ਕਹਾਣੀ ਦੇ ਮੁਤਾਬਕ ਜਿਹੜੀ ਈਵ ਆ, ਜਿਹੜੀ ਹਵਾ ਆ, ਉਹ ਆਦਮ ਨੂੰ ਕੰਪਨੀ ਦੇਣ ਵਾਸਤੇ ਉਸ ਨੂੰ ਫਿਰ ਪੈਦਾਇਸ਼ ਵਿੱਚ ਲਿਆਂਦਾ ਗਿਆ। ਤਾਂ ਪੈਦਾਇਸ਼ ਵਿੱਚ ਲਿਆਉਣ ਵਾਸਤੇ ਕੀ ਕੀਤਾ ਗਿਆ, ਹਾਲਾਂਕਿ ਲੌਜੀਕਲੀ ਕੋਈ ਚੀਜ਼ ਨਹੀਂ ਹੈ, ਪਰ ਲਿਟਰੇਚਰ ਦੇ ਜਿਵੇਂ ਚੀਜ਼ਾਂ ਮਿਥੀਆਂ ਜਾਂਦੀਆਂ ਨੇ। ਉਹ ਕਹਿੰਦੇ ਆਦਮ ਰਾਤ ਨੂੰ ਸੌਂਦਾ ਆ ਅਤੇ ਆਦਮ ਦੀ ਇੱਕ ਪਸਲੀ ਕੱਢ ਕੇ ਉਹਦੀ ਹਵਾ ਬਣਾ ਦਿੱਤੀ ਜਾਂਦੀ ਹੈ, ਈਵ ਨੂੰ ਪੈਦਾ ਕਰਤਾ ਜਾਂਦਾ, ਉੱਤੋਂ ਬਣਾਇਆ ਜਾਂਦਾ, ਖੁਦਾ ਉਸ ਰੂਪ ਵਿੱਚ ਬਣਾ ਦਿੰਦਾ। ਇਸੇ ਕਰਕੇ ਕੁਝ ਜਗ੍ਹਾ 'ਤੇ ਜਿਹੜਾ ਬਹੁਤ ਪੁਰਾਣਾ, ਖਾਸ ਕਰਕੇ ਮੈਡੀਵਲ ਪੀਰੀਅਡ, ਇਸ ਤੋਂ ਪਹਿਲਾਂ ਕਿਤੇ ਲਾ ਫੋਲੋ ਕੀਤਾ ਜਾਂਦਾ, ਅਤੇ ਉਹ ਕਹਿੰਦੇ ਨੇ ਕਿ 2 ਔਰਤਾਂ ਦੀ ਅਤੇ 1 ਬੰਦੇ ਦੀ ਗਵਾਹੀ ਇੱਕ ਬਰਾਬਰ ਹੈ। ਇਹਦਾ ਰੀਜ਼ਨ ਹੈ ਕਿਉਂਕਿ ਉਹ ਅਧੂਰੀ ਹੈ, ਕਿਉਂਕਿ ਬਣੀ ਬੰਦੇ ਦੇ ਇੱਕ ਪਸਲੀ ਤੋਂ ਆ। ਉਹ 'ਚ ਹੁੰਦਾ ਇਹ ਹੈ ਕਿ ਉਹ ਕਹਿੰਦੇ ਉਹ ਬਣਾ ਦਿੰਦਾ, ਅਤੇ ਉਹ ਇੱਕ ਪਸਲੀ ਤੋਂ ਬਣ ਕੇ ਜਿਹੜੀ ਹਵਾ ਆ ਉਹ ਆਦਮ ਨੂੰ ਐਂਟਰਟੇਨ ਕਰਨ ਵਾਸਤੇ, ਉਹਦੇ ਕੰਪਨੀ ਦੇਣ ਵਾਸਤੇ ਆ ਜਾਂਦੀ ਹੈ। ਹੁਣ ਕੀ ਹੁੰਦਾ, ਆਦਮ ਰਾਤ ਨੂੰ ਸੌਂ ਜਾਂਦਾ, ਜਿਹੜੀ ਹਵਾ ਹੈ ਉਹ ਸੌ ਨਹੀਂ ਪਾਉਂਦੀ। ਕਿਉਂ? ਕਿਉਂਕਿ ਸਾਰੀ ਰਾਤ ਉਹਦੀਆਂ ਪਸਲੀਆਂ ਗਿਣਦੀ ਰਹਿੰਦੀ ਹੈ। ਪਤਾ ਨਹੀਂ ਖੁਦਾ ਦਾ ਕੀ ਜਾਂਦਾ, ਇੱਕ ਹੋਰ ਪਸਲੀ ਕੱਢੇ, ਇੱਕ ਹੋਰ ਬਣਾ ਕੇ ਰੱਖਦੇ। ਡਰ। ਗ੍ਰਸਤ ਜੀਵਨ ਦੇ ਵਿੱਚ ਮੈਨੂੰ ਕੋਈ ਰਿਪਲੇਸ ਹੀ ਨਾ ਕਰਦੇ, ਮੈਨੂੰ ਕਿਤੇ ਜਿਹੜਾ ਕੋਈ ਡੰਪ ਨਾ ਕਰਦੇ, ਕਿਤੇ ਮੈਨੂੰ ਇਸ ਰਿਸ਼ਤੇ 'ਚ ਜਿਹੜਾ ਹੈਗਾ ਕਿਕ ਆਊਟ ਨਾ ਕਰਤਾ ਜਾਏ। ਡਰ, ਭੈ, ਇਸ ਭੈ ਵਿੱਚ ਚੱਲਦਾ ਆ। ਇੱਕ ਦੂਜੇ ਨੂੰ ਭੈ ਦਿੱਤਾ ਵੀ ਜਾਂਦਾ ਹੈ ਕਿ ਮੇਰੀ ਜਿਹੜੀ ਹੈ ਖਾਸ ਕਰਕੇ ਜਿਹੜੀ ਸੁਪੀਰੀਅਰ ਐਕਸਰਸਾਈਜ਼ ਮੈਂ ਕਰ ਰਿਹਾ ਇੱਕ ਐਜ਼ ਏ ਸੁਪੀਰੀਅਰ ਹੋਣ ਦੇ ਨਾਤੇ, ਇਸ ਨੂੰ ਚੈਲੰਜ ਨਾ ਕਰੀ, ਅਦਰਵਾਈਜ਼ ਆਈ ਲੀਵ ਯੂ, ਮੈਂ ਛੱਡ ਦਿਆਂਗਾ ਜਾਂ ਮੈਂ ਛੱਡ ਦਿਆਂਗੀ। ਇਸ ਰੂਪ ਦੇ ਵਿੱਚ ਇਹ ਭੈ, ਇਹਦੇ 'ਚ ਰਿਸ਼ਤਾ ਕਿਵੇਂ ਉਸਰੇਗਾ? ਇਸ ਨੂੰ ਗੁਰੂ ਬਾਬਾ ਜੀ ਮੈਲ ਦੇ ਰੂਪ ਵਿੱਚ ਬਿਆਨ ਕਰਦੇ, ਅਤੇ ਇਹ ਮੈਲ ਕਰਤਾਰ ਦੇ ਭਰੋਸੇ ਨਾਲ ਜਾਂਦੀ ਹੈ। ਰੱਬ ਜੀ ਤੇ ਭਰੋਸਾ ਕਰਕੇ ਕਿਸੇ ਰਿਸ਼ਤੇ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਗਿਫਟ ਦੇ ਤੌਰ 'ਤੇ ਲਿਆ ਜਾਏ, ਇਹ ਮਾਲਕ ਦੀ ਦਾਤ ਹੈ। ਮਾਲਕ ਰਿਸ਼ਤਾ ਦਿੱਤਾ ਹੀ ਨਿਭਾਉਣ ਦੀ ਸਮਰੱਥਾ ਤੇ ਸੋਝੀ ਵੀ ਨਹੀਂ। ਇਹਦੇ ਵਿੱਚੋਂ ਫਿਰ ਸਾਹਿਬ ਨੇ ਕਿਹਾ ਕਿ ਨਿਰਭਉ ਭੈ, ਭੈ ਦੇ ਵਿੱਚੋਂ ਨਿਰਭੈਤਾ ਆ ਗਈ, ਡਰ ਲੈ ਗਏ ਸਾਰੇ, ਵਿਸ਼ਵਾਸ ਵੱਧ ਗਿਆ ਆਪਣੇ ਆਪ ਦੇ ਵਿੱਚ। ਹਾਂ ਭਾਈ, ਰਿਸ਼ਤਾ ਮਿਲਿਆ ਇੱਕ ਸੁਚੱਜੇ ਰੂਪ ਦੇ ਵਿੱਚ, ਉਹਨੂੰ ਨਿਭਾਵਾਂਗਾ। ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ, ਮੈਲ ਫਿਲਥ, ਹਉਮੈ ਈਗੋ। ਮੈਂ ਪਹਿਲੇ ਬੇਨਤੀ ਕੀਤੀ, ਜਦ ਤੁਸੀਂ ਘਰਾਂ ਦੇ ਝਗੜੇ ਦੇਖੋਗੇ ਤੇ ਬਾਤ ਹੋਈ ਸੀਗੀ ਕਿ ਕਿਉਂਕਿ ਇੱਕ ਦੂਜੇ ਦੇ ਓਪੀਨੀਅਨ ਨੂੰ, ਇੱਕ ਦੂਜੇ ਦੀ ਰਾਏ ਨੂੰ ਰਿਸਪੈਕਟ ਨਹੀਂ ਕਰਨੀ, ਇੱਕ ਦੂਜੇ ਦੇ ਖਿਆਲ ਨੂੰ ਕਿਸੇ ਰੂਪ ਦੇ ਵਿੱਚ ਵੀ ਉਸ ਨੂੰ ਓਬਜ਼ਰਵ ਨਹੀਂ ਕਰਨਾ, ਉਸ ਨੂੰ ਪ੍ਰੋਸੈਸ ਨਹੀਂ ਕਰਨਾ, ਉਸ ਨੂੰ ਅਹਿਸਾਸ ਵਿੱਚ ਨਹੀਂ ਰੱਖਣਾ। ਫਿਰ ਇਹਦੇ ਨਾਲ ਹੁੰਦਾ ਕੀ ਹੈ? ਇਹਦੇ ਨਾਲ ਇੱਕ ਦੂਜੇ ਦੇ ਪ੍ਰਤੀ, ਜਿਹਨੂੰ ਅਸੀਂ ਕਹਿੰਦੇ ਹਾਂ ਇੰਟਰੈਕਸ਼ਨ ਹੋਣੀ, ਉਹ ਖਤਮ ਹੋ ਜਾਂਦੀ ਹੈ। ਇੰਟਰੈਕਸ਼ਨ ਨਹੀਂ ਹੈ, ਜਾਂ ਇੱਕ ਦੂਜੇ ਨੂੰ ਅਵੋਇਡ ਕੀਤਾ ਜਾਂਦਾ ਹੈ ਕਿ ਜੋ ਕਿਹਾ ਜਾ ਰਿਹਾ ਹੂ ਕੇਅਰ, ਜਾਂ ਉਸ ਨੂੰ ਨੈਗੇਟਿਵ ਜਾਂ ਅਦਰਵਾਈਜ਼ ਦੂਜੀ ਤਰ੍ਹਾਂ ਜਿਹੜਾ ਹੈਗਾ ਉਹਦੀ ਟਰਾਂਸਲੇਸ਼ਨ, ਉਹਦੀ ਇੰਟਰਪ੍ਰੀਟੇਸ਼ਨ ਆਪਣੇ ਜ਼ਿਹਨ ਵਿੱਚ ਕੀਤੀ ਜਾਂਦੀ ਹੈ ਵੀ ਇਹ ਮੈਨੂੰ ਇਹ ਗੱਲ ਕਹਿ ਰਿਹਾ, ਦਾ ਮਤਲਬ ਆਹ ਨਹੀਂ, ਆਹ ਹੋਏਗਾ। ਹੁਣ ਹੁੰਦਾ ਕੀ ਹੈ? ਮੁਫਾਦ ਵੱਧਦਾ ਇਹਦੇ ਨਾਲ। ਇਹਦੇ ਵਿੱਚ ਫਿਰ ਇੱਕ ਦੂਜੇ ਦੇ ਅਹੰਗ ਨੂੰ ਸੱਟ ਲੱਗਦੀ ਹੈ,
ਜਿਹੜੀ ਅਹੰਗ ਨੂੰ ਸੱਟ ਲੱਗਦੀ ਹੈ, ਹਾਉ ਮੈਂ, ਈਗੋ। This is the main obstacle that always creates gap. That always creates gap between you and your happiness. ਮਹਾਰਾਜ ਕਹਿੰਦੇ ਸਤਿਗੁਰ ਪੁਰਖ ਇਹ ਦੱਸਦਾ ਆ ਭਈ ਮੇਰੀ ਮੱਤ ਤੇ ਥੋੜੀ ਹੈ। ਇਸੇ ਲਈ ਮੈਂ ਕਹਿੰਦਾ ਬੱਚਿਆਂ ਨੂੰ ਸਪਿਰਿਚੁਅਲ ਸਾਈਡ ਤੇ ਅੰਗੇਜ ਹੋ। ਸਾਡੇ ਘਰ ਤੇ ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਅਰਦਾਸ ਕਰਿਆ ਕਰ, ਮੱਥਾ ਟੇਕਿਆ ਕਰ। ਮੱਥਾ ਇਸ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਆ, ਮੇਰੇ ਕੋਲ ਸੋਝੀ ਨਹੀਂ ਹੈ ਦਾਤਾ, ਇਸ ਮੱਥੇ ਦੀ ਸਲੇਟ ਦੇ ਪਿੱਛੇ ਸਾਡਾ ਦਿਮਾਗ ਪਿਆ ਆ, ਅਕਲ ਨਹੀਂ ਹੈ। ਲਿਟਰਲੀ ਤੌਰ ਤੇ ਗੁਰੂ ਸਾਹਿਬ ਨੇ ਕਿਹਾ ਅਰਦਾਸ ਕਰ ਇਸ ਰੂਪ ਦੇ ਵਿੱਚ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਫਿਰ ਕਿਆ ਪਾਲੈ ਅਕਿਰਤ ਕਣਾ, ਮੈਂ ਅਕਿਰਤ ਕਾਣਾ। ਮਤਲਬ ਜਿੰਨਾ ਕੁਝ ਦਾਤੇ ਨੇ ਦਿੱਤਾ, ਨਵਾਜਿਆ ਹੈ, ਉਹਦਾ ਅਸੀਂ ਸ਼ੁਕਰ ਕਿੱਥੇ ਕਰ ਸਕਦੇ ਹਾਂ। ਜਿਹਨੂੰ ਗੁਰੂ ਬਾਬਾ ਜੀ ਕਹਿੰਦੇ ਅਸੰਖ ਚੋਰ, ਹਰਾਮ ਖੋਰ, ਮਤਲਬ ਖਾ ਵੀ ਰਹੇ ਹਾਂ, ਹੰਡਾ ਵੀ ਰਹੇ ਹਾਂ, ਮਾਣ ਵੀ ਰਹੇ ਹਾਂ, ਫਿਰ ਹਰਾਮ ਖੋਰ, ਮਤਲਬ ਉਹਦੇ ਉੱਤੇ ਹਰਾਮੀਅਤ ਕਰ ਰਹੇ ਹਾਂ। ਅਜੀਬ ਤਰ੍ਹਾਂ ਦਾ ਵਿਹਾਰ ਆ। ਤੇ ਜੇ ਮੈਂ ਕਰਤਾਰ ਦੇ ਪ੍ਰਤੀ ਹਰਾਮ ਖੋ ਰਿਹਾ, ਜੇ ਮੈਂ ਉਹਦੇ ਪ੍ਰਤੀ ਕੋਈ ਗ੍ਰੈਟੀਟਿਊਡ ਸ਼ੋ ਨਹੀਂ ਕਰਦਾ, ਮੈਂ ਕੋਈ ਗ੍ਰੇਟਫੁਲ ਨਹੀਂ ਹੈਗਾ, ਤੇ ਇੱਕ ਦੂਜੇ ਦੇ ਪ੍ਰਤੀ ਪਰਿਵਾਰਾਂ ਦੇ ਵਿੱਚ ਕਿਵੇਂ ਹੋਵਾਂਗਾ। ਸੋ ਇਸ ਹਾਲਤ ਦੇ ਵਿੱਚ ਤੇ ਇਹ ਹੈ ਵੀ ਹੇ ਪਰਿਪੂਰਨ ਮੈਨੂੰ ਸੋਝੀ ਦੇ, ਕਿਉਂਕਿ ਤੂੰ ਤੇ ਸਭ ਨੂੰ ਪਾਲ ਰਿਹਾ ਹੈ, ਤੂੰ ਸਭ ਨੂੰ ਨਿਵਾਜ ਰਿਹਾ ਹੈ। ਇਸ ਕਰਕੇ ਮੈਨੂੰ ਮੇਰੀ ਸਭ ਤੋਂ ਵੱਡੀ ਜ਼ਰੂਰਤ ਆ, ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਮਤ ਦਾ ਮਾਲਕ ਆ। ਇਹਦੇ ਵਿੱਚੋਂ ਫਿਰ ਅਹੰਗ ਨਹੀਂ ਬਿਲਡ ਹੁੰਦਾ। ਸਤਿਗੁਰ ਪੁਰਖ ਉਹਦੇ ਕੋਲੋਂ ਜਾਚ ਸਿੱਖ ਲਈ ਜਾਂਦੀ ਹੈ। ਇੱਕ ਜੀਵਨ ਵਿਹਾਰ ਵਿੱਚ ਇਸ ਕਿਸਮ ਦੀ ਲੈਵਲ ਦੀ ਜਿਹੜੀ ਬਾਤ ਕੀਤੀ ਜਾਏ। ਅਦਰਵਾਈਜ਼ ਹੋਰ ਵੀ ਬਾਤ ਆ, ਕਈ ਵਾਰੀ ਲੋਕ ਕਹਿਣਗੇ ਉਹ ਦਿਸ ਕਪਲ ਇਜ਼ ਬਿਗ ਟਾਈਮ ਮੈਸ, ਇਹ ਮੈਸ ਆ ਬੜੀ ਵੱਡੀ। ਕਿਉਂ ਭਾਈ? ਕਾਰਨ ਇਹ ਹੈਗਾ ਕਿ ਦੇ ਜਸਟ ਫਾਈਟ all the time. That's their actually, you can say, that's their real behavior. ਇਹ ਉਹਨਾਂ ਦਾ ਅਸਲ ਵਿਹਾਰ, ਅਸਲ ਕਿਰਦਾਰ, ਉਹਨਾਂ ਦੀ ਪਹਿਚਾਣ ਇਹ ਹੈ ਕਿ ਹਰ ਵਕਤ ਤੇ ਕੁਰਲਿੰਗ ਕਰਦੇ ਨੇ, ਇਨਵੋਲਵ ਰਹਿੰਦੇ ਨੇ ਇਹਦੇ ਵਿੱਚ। ਮੈਂ ਕਈ ਵਾਰੀ ਕਹਿੰਦਾ ਨਹੀਂ, ਦੋ ਹਸਬੈਂਡ ਵਾਈਫ ਇੱਕ ਦੂਜੇ ਨੂੰ ਪਿਆਰ ਕਰਦੇ ਨੇ, ਫਿਰ ਇਹ ਲੜ ਕਿਉਂ ਰਹੇ ਨੇ ਭਾਈ? ਲੜ ਇਸ ਕਰਕੇ ਰਹੇ ਨੇ ਕਿਉਂਕਿ ਦੋ ਅਹੰਕਾਰ ਕਲੈਸ਼ ਕਰ ਰਹੇ ਨੇ ਆਪਸ ਦੇ ਵਿੱਚ। ਜਿੱਥੇ ਈਗੋ ਆ, ਬੱਚਿਆਂ ਨੂੰ ਕਈ ਵਾਰੀ ਸਮਝਾਉਣਾ ਵਾ ਲਾਵਾਂ ਦੀ ਵਿਆਖਿਆ ਦੇ ਵਿੱਚ, ਜਦੋਂ ਗੁਰਦੁਆਰਾ ਸਾਹਿਬ ਦੀ ਹਦੂਦ ਬੈਠੇ ਹੁੰਦੇ ਨੇ ਕਿ ਵੈਨ ਯੂ ਆਰ ਕਮਿੰਗ ਇਨ ਦਿਸ ਹਾਲ, that time both of you have taken off your shoes outside of the Gurdwara Sahib in the actually shoes racks. When you're leaving this place, please don't leave your shoes over here. Please took them with you, but don't ਜਿਹੜੀ ਤੁਹਾਡੀ ਈਗੋ ਆ, don't carry your ego when you're going out of the Gurdwara Sahib. No, ਉਹਨੂੰ ਇੱਥੇ ਛੱਡ ਕੇ ਜਾਇਆ ਜੇ। ਅਹੰਗ ਦੇ ਨਾਲ ਇੱਕ ਦੂਜੇ ਨਾਲ ਨਾ ਵਰਤਿਆ ਜੇ। ਜਿਹਦਾ ਸਿੰਪਲ ਤਰੀਕਾ ਆ, ਜਦੋਂ ਆਉਂਦੇ ਦਿਨਾਂ ਦੇ ਵਿੱਚ ਇੱਕ ਦੂਜੇ ਨਾਲ ਗੱਲ ਕਰੋਗੇ, ਇੱਕ ਦੂਜੇ ਨਾਲ ਵਰਤੋਗੇ, guys are going to deal with each other. Try to pay attention what is the main driving force over here. ਕਿਹੜੀ ਫੋਰਸ ਡਰਾਈਵ ਕਰ ਰਹੀ ਹੈ ਮੇਰੀਆਂ ਗੱਲਾਂ ਨੂੰ, ਮੇਰੇ ਵਿਹਾਰ ਨੂੰ, ਮੇਰੀ ਬਾਡੀ ਲੈਂਗੁਏਜ ਨੂੰ। ਜੇ ਇਹਦੇ ਪਿੱਛੇ ਹੰਕਾਰ ਮੈਨੂੰ ਪੁਸ਼ ਕਰ ਰਿਹਾ, ਐਵੇਂ ਬੋਲ, ਐਵੇਂ ਕਹਿ, ਇਸ ਤਰੀਕੇ ਨਾਲ ਇਹਦੇ ਨਾਲ ਜਿਹੜਾ ਹੈਗਾ ਡੀਲ ਕਰਨਾ ਆ, ਭਾਈ ਇਹ ਦੁਖੀ ਕਰੇਗਾ। ਕੱਢ ਦੇ ਇਸ ਨੂੰ। ਤੇ ਇਹ ਨਿਕਲੇਗਾ ਤਾਂ ਜੇ ਸਤਿਗੁਰੂ ਪੁਰਖ ਮਿਲਾਇਆ। ਤੇ ਸਤਿਗੁਰੂ ਪੁਰਖ ਕੀ ਹੈ? ਸਤਿਗੁਰੂ ਪੁਰਖ ਮੈਂ ਕੱਲ ਵੀ ਬਾਤ ਕੀਤੀ ਸੀ, ਦੋ ਰੂਪਾਂ ਦਾ ਨਾਂ ਆ। ਪਹਿਲਾ ਤੇ ਇਹ ਹੈ, ਇਫ ਆਈ ਡੂ ਐਨੀਥਿੰਗ ਰੋਂਗ then I have to be remorseful. ਕਿਉਂਕਿ ਕੋਈ ਵੀ ਬੰਦਾ ਪੂਰਾ ਤੇ ਹੈ ਨਹੀਂਗਾ, ਪੂਰਾ ਤੇ ਸਤਿਗੁਰੂ ਤੇ ਰੱਬ ਹੀ ਹੈ। ਗਲਤੀ ਤੇ ਹੋ ਸਕਦੀ ਹੈ, ਮਿਸਟੇਕ ਤੇ ਪੈਰ ਤੇ ਹੋਏਗੀ। ਬੋਲਣ ਲੱਗਿਆ, ਵਿਹਾਰ ਕਰਨ ਲੱਗਿਆ, ਵਿਚਰਨ ਲੱਗਿਆ, ਉਸ ਚੀਜ਼ ਨੂੰ ਐਕਸੈਪਟ ਕੀਤਾ ਜਾਏ ਰਿਮੋਰਸਫੁਲ ਵੇ ਦੇ ਨਾਲ। ਸੈਕਿੰਡ ਇਹ ਦੂਸਰੇ ਦੀ ਸਿਚੁਏਸ਼ਨ 'ਚ ਆਪਣੇ ਆਪ ਨੂੰ ਖੜਾ ਕਰਕੇ, ਜੇ ਉਹਦੇ ਕੋਲ ਕੋਈ ਮਿਸਟੇਕ ਹੋਈ ਹੈ, ਫੋਰਗਿਵਨੈਸ ਦਾ ਕਨਸੈਪਟ ਲਿਆਂਦਾ ਜਾਏ। ਪਰ ਹੰਕਾਰ ਕਹਿੰਦਾ ਨੋ ਬਈ ਮੈਂ ਤੇ ਨਹੀਂ ਤੈਨੂੰ ਇਸ ਪਾਸੇ ਜਾਣ ਦੇਣਾ। ਜੇ ਗਲਤੀ ਹੋ ਗਈ ਤਾਂ ਮੰਨਣੀ ਨਹੀਂ, ਕਿਉਂਕਿ ਹੰਕਾਰ ਨੂੰ ਸੱਟ ਲੱਗਦੀ ਹੈ। ਜੇ ਦੂਜੇ ਤੋਂ ਹੋ ਗਈ ਤਾਂ ਹੰਕਾਰ ਹੋਰ ਵੱਧ ਗਿਆ ਵੀ ਮੈਂ ਤੇ ਕਿਤੇ ਬੈਠ ਰਿਹਾ, ਇਹਦੇ ਨਾਲ ਆਤੇ ਬਾਤ, ਇਹ ਕੁਛ ਵੀ ਨਹੀਂ ਹੈਗਾ।
ਗੁਰੂ ਬਾਬਾ ਜੀ ਨੇ ਕਿਹਾ ਸਤਿਗੁਰੂ ਤੋਂ ਤੁਸੀਂ ਲੀਡ ਲਵੋ, ਉਹਨੂੰ ਉਸਨੂੰ ਕਹੋ ਦਾਤਾ ਗਵਾਈ ਕਰ, ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਇਸ ਮੈਲ ਨੂੰ ਝਾੜੂ ਲਾਓ। ਤੇ ਇਹ ਵੀ ਬਲ ਕਰਤਾਰ ਨੇ ਤੁਹਾਨੂੰ ਦਿੱਤਾ ਆ, ਇਹਦੇ ਉੱਤੇ ਸਿਰਫ ਧਿਆਨ ਦੇਣ ਦੀ ਲੋੜ ਆ। ਅਗਲਾ ਬਚਨ ਲਿਖਿਆ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਜਦੋਂ ਨਿਰਮਲ ਭਉ ਆ ਗਿਆ ਨਾ ਅਕਾਲ ਪੁਰਖ ਵਾਹਿਗੁਰੂ ਵਾਲਾ, ਤੇ ਸਭ ਕਹਿੰਦੇ ਹਰ ਗੁਣ ਗਾਇਆ, ਹਰੀ ਦਾ ਗੁਣਗਾਨ ਕਰੋਗੇ ਰਾਤ ਦਿਨ ਤੇ ਹੋਏਗਾ ਕੀ, ਹਰ ਵੇਖੈ ਰਾਮ ਹਦੂਰੇ। ਹਦੂਰੇ ਹਾਜ਼ਰ ਨਾਜ਼ਰ। ਦੇਖੋ ਨਾ ਤੇ ਪਤਨੀ ਹਰ ਵਕਤ ਪਤੀ ਦੇ ਨਾਲ ਰਹਿ ਸਕਦੀ ਏ, ਨਾ ਪਤੀ ਹਰ ਵਕਤ ਪਤਨੀ ਦੇ ਨਾਲ ਰਹਿ ਸਕਦਾ ਆ। ਇੱਥੇ ਇੱਕ ਵਿਸ਼ਵਾਸ ਤੇ ਬਾਤ ਖੜੀ ਹੈ, ਤੇ ਵਿਸ਼ਵਾਸ ਦੀ ਜਿਹੜੀ ਤੰਦ ਹੈ, ਜਿੰਨੀ ਡਾਢੀ ਪੀੜੀ ਹੋਏਗੀ ਰਿਸ਼ਤਾ ਉਹਨਾਂ ਸੁਖਾਲਾ ਤੇ ਜਿਹੜਾ ਸੁਖ ਦੇਣ ਵਾਲਾ ਹੋਏਗਾ। ਹੁਣ ਇਹਦੇ 'ਚ ਇਹ ਹੈ ਵੀ ਕੋਈ ਜਿਵੇਂ ਸਪੋਜ਼ ਕਰੋ ਮੈਂ ਯੰਗ ਬੱਚਿਆਂ ਦੀ ਗੱਲ ਕਰਦਾ, ਪ੍ਰੀ ਮੈਰਿਟਲ ਕਾਉਂਸਲਿੰਗ ਸੀਗੀ, ਬੱਚੇ ਮੇਰੇ ਕੋਲ ਆਏ, ਗੱਲਬਾਤ ਹੋ ਰਹੀ ਹੈ ਤੇ ਉਹ ਕੁਝ ਕੁਐਸਚਨਰਸ ਹੁੰਦੇ ਨੇ ਸਾਡੇ। ਮੇਰਾ ਕੁਐਸਚਨ ਇਹ ਵੀ ਹੁੰਦਾ ਕਿ when did you guys fight or have some kind of argument in last few days? ਉਹ ਫਿਰ ਬਿਆਨ ਕਰਦੇ ਨੇ ਵੀ ਇਸ ਤਰੀਕੇ ਨਾਲ ਹੈਗਾ। ਆਰਗੂਮੈਂਟ ਹੋਣਾ, ਇੱਕ ਦੂਜੇ ਦੇ ਤੋਂ ਡਿਫਰੈਂਟ ਆਫ ਓਪੀਨੀਅਨ ਹੋਣੇ, ਕੋਈ ਮਾੜੀ ਗੱਲ ਨਹੀਂ, ਚੰਗੀ ਇਹਦੇ ਇੰਟਰੈਕਸ਼ਨ ਹੁੰਦੀ। ਬਲਕਿ ਗੱਲ ਇਹ ਹੈ ਵੀ ਅਸੀਂ ਤਾਂ ਕਈ ਵਾਰੀ ਇਹ ਕਹਿ ਦਿੰਦੇ ਅਖਾਣਾਂ ਦੇ ਵਿੱਚ ਵੀ ਇੱਕ ਨੇ ਕਹੀ ਦੂਜੇ ਨੇ ਮਾਨੀ, ਦੋਨੋਂ ਹੋ ਗਏ ਬ੍ਰਹਮ ਗਿਆਨੀ। ਇਹ ਅਖਾਣ ਇਸ ਤੇ ਗੱਲ ਠੀਕ ਆ, ਘਰ ਨਹੀਂ ਚੱਲਦਾ ਇਹਦੇ ਨਾਲ। ਇੱਕ ਨੇ ਗਲਤ ਕਿਹਾ, ਦੂਜੇ ਨੇ ਗਲਤ ਨੂੰ ਸਪੋਰਟ ਕਰਤਾ, ਮਾਰੇ ਗਏ। ਡਿਫਰੈਂਟ ਆਫ ਓਪੀਨੀਅਨ ਹੋਣਗੇ ਜਿਹਦੇ 'ਚ ਇੱਕ ਦਾ ਓਪੀਨੀਅਨ ਇੱਕ ਹੈ, ਦੂਸਰੇ ਦਾ ਦੂਸਰਾ, ਇੱਕ ਕੋਲ ਡੇਵਿਲ ਵੋਇਸ, ਇੱਕ ਜਿਹੜਾ ਹੈਗਾ ਉਹ ਇੱਕ ਗੱਲ ਕਹਿੰਦਾ ਕੰਮ ਕੀਤਾ, ਦੂਜਾ ਬਿਲਕੁਲ ਤੋਂ ਓਪੋਜ਼ਿਟ ਕਹਿੰਦਾ ਵੀ ਐਵੇਂ ਕੀਤਾ ਖਰਾਬ ਵੀ ਹੋ ਸਕਦਾ। ਸੋ ਇਸ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਾਊਂਟਰ ਕਰਕੇ ਸਹੀ ਪਾਸੇ ਲੈ ਕੇ ਆਉਣਾ। ਉਹ 'ਚ ਬਾਤ ਇਹ ਹੋਈ ਕਿ ਉਹ ਕਹਿੰਦੇ ਹਾਂ ਭਾਈ ਸਾਡਾ ਹੋਇਆ ਸੀ ਆਰਗੂਮੈਂਟ। ਅੱਛਾ, ਕਿਸ ਗੱਲ 'ਤੇ ਹੋਇਆ? ਉਹ ਆਰਗੂਮੈਂਟ ਦੇ ਵਿੱਚ ਇੱਕ ਸ਼ਖਸ ਨੇ ਉਹਦੇ 'ਚ ਬਾਤ ਕੀਤੀ, ਕਹਿੰਦੇ ਗੱਲ ਇਹ ਹੈ ਕਿ ਰੀਸੈਂਟਲੀ ਮੇਰਾ ਜਿਹੜਾ ਫਿਆਂਸੇ ਹੈਗਾ ਇਹ ਇੱਕ ਵਰਕ ਟ੍ਰਿਪ 'ਤੇ ਜਾ ਰਿਹਾ ਸੀਗਾ, ਅਤੇ ਵਰਕ ਟ੍ਰਿਪ 'ਤੇ ਜਾ ਰਿਹਾ ਸੀਗਾ ਅਤੇ ਇਹ ਇਕੱਲਾ ਹੀ ਐਜ਼ ਇਹ ਕਹਿ ਲਿਆ ਜਾਏ ਕਿ ਦੂਸਰੇ ਤਿੰਨਾਂ ਕੋ ਵਰਕਰਸ ਤੋਂ ਇੱਕ ਓਪੋਜ਼ਿਟ ਜੈਂਡਰ ਦੇ ਰੂਪ ਦੇ ਵਿੱਚ ਸੀਗਾ ਅਤੇ ਇਹਨਾਂ ਨੇ ਉੱਥੇ ਇਕੱਠਿਆਂ ਨੇ ਰਹਿਣਾ ਸੀਗਾ, ਕੁਛ ਕਰਨਾ ਸੀਗਾ। ਦੈਟ ਟਾਈਮ ਉਹ ਕਹਿੰਦੇ ਕਿ I was feeling very awkward. I wasn't happy with it. That's why I usually shared my views toward its trip. ਜਦੋਂ ਇਹ ਗੱਲ ਹੋਈ ਤੇ ਉਹ ਕਹਿੰਦੇ ਇਸ ਗੱਲ ਤੋਂ ਸਾਡਾ ਆਰਗੂਮੈਂਟ ਹੋ ਗਿਆ। ਹੁਣ ਇਹ ਜਿਹੜੀ ਬਾਤ ਆ ਇਹ ਕੀ ਹੈ? ਦੇਖੋ ਵਿਸ਼ਵਾਸ ਇੱਕ ਤੇ ਹੌਲੀ ਹੌਲੀ ਪੈਦਾ ਹੁੰਦਿਆਂ ਹੁੰਦਾ ਹੈ, ਇੱਕ ਚੀਜ਼ ਇਹ ਹੈ। ਦੂਸਰੀ ਇਹ ਹੈ ਜਦੋਂ ਕਿਸੇ ਨੂੰ ਗੁਰੂ ਕੇ ਹਜ਼ੂਰ ਇੱਕ ਦੂਸਰੇ ਦਾ ਪੱਲਾ ਫੜਿਆ ਜਾਏ ਸਰੂਪ ਦੇ ਵਿੱਚ, ਤੇ ਫਿਰ ਕਰਤਾਰ ਨੂੰ ਹਾਜ਼ਰ ਨਾਜ਼ਰ ਮੰਨਿਆ ਜਾਏ। ਪਤੀ ਨਾਲ ਹੋਏ ਕੋਈ ਗੱਲ ਨਹੀਂ, ਪਤਨੀ ਨਾਲ ਹੋਏ ਕੋਈ ਗੱਲ ਨਹੀਂ, ਪਰ ਰਾਮ ਹਦੂਰੇ ਹੈ, ਉਹ ਹਾਜ਼ਰ ਨਾਜ਼ਰ ਹੈ। ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਦਾ, ਇੱਕ ਦੂਜੇ ਨੂੰ ਧੋਖਾ ਦੇਣ ਦਾ, ਇੱਕ ਦੂਜੇ ਨੂੰ ਦਗਾ ਕਰਨ ਦਾ, ਇੱਕ ਦੂਜੇ ਨੂੰ ਡੈਮੇਜ ਕਰਨ ਦਾ, ਇਹ ਸਾਰਾ ਖਿਆਲ ਮਨ ਵਿੱਚੋਂ ਬਿਲਕੁਲ ਨਿਕਲ ਜਾਏ। ਗੁਰੂ ਬਾਬਾ ਜੀ ਨੇ ਬਾਤ ਕੀਤੀ ਇਹਦੇ ਵਿੱਚ, ਸਾਹਿਬ ਕਹਿੰਦੇ ਹਕੀਕਤ ਇਹ ਹੈ ਕਿ ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਰਮੇ ਹੋਏ ਨੂੰ ਹਾਜ਼ਰ ਨਾਜ਼ਰ ਜਾਣਨਾ, ਤੇ ਇਸ ਤਰ੍ਹਾਂ ਵੀ ਕਹਿ ਲਓ ਇੱਕ ਦੂਜੇ ਦੇ ਵਿੱਚੋਂ ਰੱਬ ਨੂੰ ਵੇਖਣਾ, ਇੱਕ ਦੂਜੇ ਦੇ ਪ੍ਰਤੀ ਇਹੋ ਜਿਹੀ ਆਸਥਾ ਰੱਖ ਲੈਣੀ। ਅਗਲਾ ਬਚਨ ਲੈ ਗਿਆ, ਹਰਿ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਹਾ ਭਰਪੂਰੇ। ਫਿਰ ਇਸੇ ਜਾਨ ਵਿੱਚੋਂ ਸਾਨੂੰ ਆਤਮ ਰਾਮ ਪਸਾਰਿਆ ਸੁਆਮੀ, ਆਪਣੇ ਆਤਮ ਵਿੱਚ ਵੀ ਰਾਮ ਰਮਿਆ ਹੋਇਆ ਰਾਮ ਨਜ਼ਰ ਆਏਗਾ। ਇੱਕ ਸੁੱਖ ਮਿਲੇਗਾ, ਇੱਕ ਸਕੂਨ ਮਿਲੇਗਾ। ਜਿਵੇਂ ਜੀਵਨ ਦੀ ਕੋਈ ਵੀ ਸਫਲਤਾ ਬੰਦੇ ਨੂੰ ਸੁੱਖ ਦਿੰਦੀ ਹੈ, ਜਿਹੜੀ ਰਿਸ਼ਤੇ ਦੀ ਸਫਲਤਾ ਹੈ, ਇਹ ਸਭ ਤੋਂ ਵੱਡਾ ਸੁੱਖ ਦਿੰਦੀ ਹੈ। ਤਾਂ ਹੀ ਲੋਕ ਮੈਰਿਜ ਐਨੀਵਰਸਰੀਜ਼ ਸੈਲੀਬ੍ਰੇਟ ਕਰਦੇ ਨੇ, ਵਿਆਹੁਤਾ ਸਾਲਗਿਰਾਂ ਜਿਹੜੀਆਂ ਨੇ ਜਿਵੇਂ ਜਿਵੇਂ ਅੱਗੇ ਵੱਧਦੀਆਂ ਨੇ, ਖੁਸ਼ੀ ਦਾ ਅਹਿਸਾਸ ਆਉਂਦਾ ਆ। ਹਾਂ, ਕਿਉਂਕਿ ਇੱਕ ਦੂਜੇ ਨੂੰ ਸਪੋਰਟ ਕਰਦੇ ਆ, ਇੱਕ ਦੂਜੇ ਦਾ ਦਾਮਨ ਫੜਿਆ ਹੋਇਆ, ਇੰਨਾ ਸਮਾਂ ਲੰਘਿਆ ਇਸ ਰੂਪ ਦੇ ਵਿੱਚ। ਇੱਥੇ ਸਾਹਿਬ ਨੇ ਕਿਹਾ ਹਰਿ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਹਾ ਭਰਪੂਰੇ। ਬਾਕੀ ਉਹ ਤੇ ਸਰਬ ਵਿਆਪਕ ਆ, ਉਹਦੀ ਵਿਆਪਕਤਾ ਹਰ ਥਾਂ 'ਤੇ ਹੈ, ਅਤੇ ਉਸ ਨੂੰ ਕਿਤੇ ਜੰਗਲ ਬੇਲਿਆਂ 'ਚ ਲੱਭਣ ਨਹੀਂ ਜਾਣਾ। ਇਹ ਵੀ ਗੁਰੂ ਮਹਾਰਾਜ ਦੇ ਇਹਨਾਂ ਸੰਦੇਸ਼ਾਂ ਦੇ ਵਿੱਚ ਹੀ ਬਾਤ ਆ ਜਾਂਦੀ ਹੈ। ਇਹਦੇ 'ਚ ਇਹ ਹੈ ਕਿ
ਉਸ ਨੂੰ ਇੱਕ ਦੂਜੇ ਦੇ ਵਿੱਚੋਂ ਵੇਖ ਕੇ ਪਰਿਵਾਰ ਨੂੰ ਸੰਭਾਲਦੇ ਆ, ਇਹਨੂੰ ਰੱਬ ਦੀ ਡਿਊਟੀ ਦੇ ਤੌਰ ਤੇ ਮੰਨਿਆ ਜਾ। ਅਗਲਾ ਬਚਨ ਲਿਖਿਆ, ਅੰਤਰ ਬਾਹਰ ਹਰ ਪ੍ਰਵੇਖੋ ਮਿਲ ਹਰ ਜਨ ਮੰਗਲ ਗਾਏ। ਜਿਨ੍ਹਾਂ ਨੇ ਹਰੀ ਦਾ ਅਸਲ ਮੰਗਲ ਗਾ ਲਿਆ ਨਾ, ਉਹਨਾਂ ਨੂੰ ਅੰਤਰ ਬਾਹਰ ਹਰ ਪ੍ਰਵੇਖੋ, ਕੀ ਅੰਦਰ ਤੇ ਕੀ ਬਾਹਰ, ਹਰੀ ਪ੍ਰਭੂ ਆਪ ਹੀ ਦਿਸ ਰਿਹਾ ਹੈ। ਜੀਵਨ ਇੱਕ ਆਲਮੀ ਸੁੱਖ ਦੇ ਰੂਪ ਦੇ ਵਿੱਚ। ਅਦਰਵਾਈਜ਼ ਲੋਕੀ ਗ੍ਰਸਤ ਜੀਵਨ ਨੂੰ ਛੱਡ ਕੇ ਬਾਹਰ ਕਿਤੇ ਧੁਨਾਂ ਸੁਣਨ ਜਾਂਦੇ, ਕਿਤੇ ਨਾਦ ਸੁਣਨ ਜਾਂਦੇ, ਕਿਤੇ ਬਾਹਰ ਉਸ ਹਾਇਰ ਲੈਵਲ ਦੀ ਸਪਿਰਿਚੁਅਲ ਡੈਸਟੀਨੀ ਨੂੰ ਲੱਭਦੇ ਪਈ, ਉਹ ਮਿਲੇਗੀ। ਇੱਥੇ ਸਾਹਿਬ ਨੇ ਜਿਹੜਾ ਅੰਤਲੀ ਲਾਈਨ ਲਿਖੀ ਹੈ ਨਾ, ਸਾਹਿਬ ਕਹਿੰਦੇ ਜਨ ਨਾਨਕ ਦੂਜੀ ਲਾਮ ਚਲਾਈ, ਅਨਹਦ ਸ਼ਬਦ ਵਜਾਏ, ਅਨਹਦ ਸ਼ਬਦ ਵਜਾਏ। ਪਰਿਵਾਰ ਦੀਆਂ ਆਵਾਜ਼ਾਂ ਵਿੱਚੋਂ ਇਲਾਹੀ ਆਵਾਜ਼ਾਂ ਸੁਣਨ, ਇੱਕ ਦੂਜੇ ਦਾ ਸਤਿਕਾਰ, ਪਿਆਰ, ਸਨੇਹ, ਇੱਕ ਦੂਜੇ ਨੂੰ ਸਮਰਪਿਤ ਹੋ ਕੇ ਜੀਵਨ ਜੀਣਾ। ਐਕਚੁਅਲੀ ਇਹ ਇੱਕ ਅਨਹਦ ਸ਼ਬਦ, ਇੱਕ ਐਸਾ ਸੁੱਖ ਜਿਸ ਸੁੱਖ ਦੇ ਸਾਹਮਣੇ ਸਭ ਸੁੱਖ ਛੋਟੇ ਹੋ ਜਾਣ, ਇੱਕ ਦੂਜੇ ਨੂੰ ਸਮਰਪਿਤ ਹੋ ਕੇ ਜੀਣਾ। ਇਹ ਗ੍ਰਸਤ ਜੀਵਨ ਗੁਰੂ ਬਾਬਾ ਜੀ ਨੇ ਆਪ ਜੀਆ, ਸਾਨੂੰ ਜੀਵਨ ਦੀ ਪ੍ਰੇਰਣਾ ਦਿੱਤੀ ਤੇ ਕਿਹਾ ਇਹਨਾਂ ਗੁਣਾਂ ਨੂੰ ਤੂੰ ਧਾਰਨ ਕਰਕੇ ਵਰਤੇਂਗਾ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣੇਗਾ, ਫਿਰ ਤੇਰਾ ਇਹੀ ਵਿਆਹ ਸੰਪੰਨ ਨਹੀਂ ਹੋਏਗਾ, ਬਲਕਿ ਇਸ ਰੂਹ ਦਾ, ਪਰਮ ਰੂਹ ਦੇ ਨਾਲ ਵਿਆਹ ਵੀ ਸੰਪੰਨ ਹੋ ਜਾਏਗਾ। ਉਹਦਾ ਵੀ ਫਿਰ ਫੇਰਾ ਜਿਵੇਂ ਇੱਕ ਤੇ ਦੋ ਐਵੇਂ ਫੇਰੇ ਪੈਂਦੇ ਲੱਗੇ ਜਾਣਗੇ ਇਸ ਰੂਪ ਦੇ ਵਿੱਚ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ ਜੇ। ਇੱਕ ਵਾਰ ਫਿਰ ਉਹਨਾਂ ਕਿਸਾਨ ਭੈਣ ਭਰਾਵਾਂ ਵਾਸਤੇ ਦਿਲੀ ਅਰਦਾਸ ਹੈ, ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਦੇਵੇ, ਸਿਹਤਯਾਬਤਾ ਦੇਵੇ, ਉਹਨਾਂ ਦੀ ਸੇਫਟੀ, ਉਹਨਾਂ ਦੀ ਚੜ੍ਹਦੀ ਕਲਾ ਤੇ ਅਰਦਾਸ ਕਰਦਿਆਂ ਹੋਇਆਂ ਸਫਲਤਾ ਵਾਸਤੇ ਮਾਲਕ ਦੇ ਦਰ ਤੇ ਫਿਰ ਅਰਜ਼ੋਈ ਹੈ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ